ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪਾਤਸ਼ਾਹੀ 10ਵੀਂ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਸਾਖੀ ਪੜ੍ਹਨ ਵਾਲੇ ਹਾਂ। ਸਾਰੀ ਸੰਗਤ ਇਸ ਨੂੰ ਪੂਰੀ ਬਿਰਤੀ ਲਾ ਕੇ ਸੁਣੋ ਜੀ। ਸਾਖੀ ਸੱਚੇ ਪਾਤਸ਼ਾਹ ਦੀ ਪਾਤਸ਼ਾਹੀ 10ਵੀਂ। ਮੀਰੇ ਪੀਰੀ ਦੇ ਮਾਲਕ, ਸ਼ਸਤਰਾਂ ਦੇ ਧਨੀ, ਸੂਰਬੀਰ ਪਰਉਪਕਾਰੀ, ਭਗਤ ਵੱਛਲ, ਕਿਰਪਾ ਨਿਧਾਨ, ਪਸ਼ੂਆਂ ਪ੍ਰੇਤਾਂ ਨੂੰ ਤਾਰਨ ਵਾਲੇ, ਜ਼ੁਲਮ ਨਾਲ ਲੜਾਈ ਜਾ ਰਹੀ ਪ੍ਰਜਾ ਨੂੰ ਸ਼ਸਤਰ ਪਕੜਾਏ, ਸਵੈ ਰੱਖਿਆ ਕਰਨ ਦਾ ਬਲ ਬਖਸ਼ਣ ਵਾਲੇ, ਗੁਲਾਮੀ ਦੀਆਂ ਜੰਜੀਰਾਂ ਤੋਂ ਕੌਮ ਨੂੰ ਸੁਤੰਤਰ ਕਰਨ ਵਾਲੇ, ਤਖਤ ਰਚਣ ਵਾਲੇ, ਇੱਕ ਇੱਕ ਦਿਨ ਵਿੱਚ ਲੱਖਾਂ ਯੋਧਿਆਂ ਨੂੰ ਮੈਦਾਨੇ ਜੰਗ ਵਿੱਚ ਲਿਟਾ ਦੇਣ ਵਾਲੇ, ਬੇਪਰਵਾਹ ਬੇਮੁਹਤਾਜ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਹਾਂਗੀਰ ਬਾਦਸ਼ਾਹ ਦੇ ਬੇਨਤੀ ਕਰਨ ਤੋਂ ਜਦੋਂ ਦਿੱਲੀ ਪਹੁੰਚੇ ਹਨ, ਜਹਾਂਗੀਰ ਅੱਗੋਂ ਸਤਿਕਾਰ ਕਰਨ ਵਾਸਤੇ ਆਇਆ। ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਸ਼ਾਹਨਾ ਲਿਬਾਸ ਦੇਖ ਕੇ, ਨਾਲ ਸੂਰਬੀਰ ਸ਼ਸਤਰਧਾਰੀ ਸਿੱਖ ਦੇਖ ਕੇ ਬੜਾ ਅਚਰਜ ਹੋਇਆ। ਸੋਚਣ ਲੱਗਾ, ਪਹਿਲੇ ਸਤਿਗੁਰੂ ਜੀ ਤਾਂ ਸਭ ਦੇ ਸਾਂਝੇ ਬਣ ਕੇ ਰਹੇ ਹਨ, ਹੁਣ ਇਹ ਕਿਤੇ ਬੀਰ ਰਸੀ ਸੂਬਾ ਵਿੱਚ ਆ ਕੇ ਮੇਰਾ ਰਾਜ ਭਾਗ ਹੀ ਨਸ਼ਟ ਨਾ ਕਰ ਦੇਣ। ਇਉਂ ਵਿਚਾਰਦਾ ਚਿੱਤ ਵਿੱਚ ਭੈ ਧਾਰ ਕੇ ਬੜੇ ਆਦਰ ਸਤਿਕਾਰ ਸਹਿਤ ਝੁੱਕ ਕੇ ਨਮਸਕਾਰ ਕੀਤੀ। ਕੁਝ ਸਮੇਂ ਵਾਸਤੇ ਬਾਦਸ਼ਾਹਾਂ ਦੇ ਬੇਨਤੀ ਕਰਨ 'ਤੇ ਹਜ਼ੂਰ ਦਿੱਲੀ ਵਿੱਚ ਠਹਿਰ ਗਏ। ਦਿੱਲੀ ਰਹਿੰਦਿਆਂ ਇੱਕ ਦਿਨ ਬਾਦਸ਼ਾਹ ਬੇਨਤੀ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਸ਼ਿਕਾਰ ਖੇਡਣ ਵਾਸਤੇ ਬਾਹਰ ਲੈ ਗਿਆ, ਜਿੱਥੇ ਹਜ਼ੂਰ ਨੇ ਅਕਬਰ ਬਾਦਸ਼ਾਹ ਦਾ ਭਰਾ ਕਾਸਮ ਬੈਗ, ਜੋ ਸ਼ੇਰ ਦੀ ਜੂਨ ਵਿੱਚ ਪਿਆ ਸੀ, ਆਪਣੇ ਹੱਥੀਂ ਮਾਰ ਕੇ ਉਸ ਦਾ ਉਧਾਰ ਕੀਤਾ। ਇਸ ਪ੍ਰਕਾਰ ਦਿੱਲੀ ਵਿੱਚ ਰਹਿੰਦਿਆਂ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਪਹੁੰਚਣ ਲੱਗੀਆਂ। ਜੋ ਸਿੱਖ ਸਤਿਗੁਰੂ ਜੀ ਦੇ ਪਵਿੱਤਰ ਦਰਸ਼ਨ ਕਰਨ ਵਾਸਤੇ ਆਏ, ਉਹ ਹੀ ਆਪ ਨੂੰ ਸੱਚੇ ਪਾਤਸ਼ਾਹ ਕਿਹਾ ਕਰੇ। ਜਹਾਂਗੀਰ ਦੇ ਦਿਲ ਵਿੱਚ ਵਿਚਾਰ ਕੀਤੀ ਕਿ ਮੈਨੂੰ ਕਦੇ ਕਿਸੇ ਅਹੰਕਾਰ ਵਜ਼ੀਰ ਜਾਂ ਪ੍ਰਜਾ ਨੇ, ਬੰਦੇ ਨੇ ਸੱਚੇ ਪਾਤਸ਼ਾਹ ਨਹੀਂ ਕਿਹਾ। ਇਹਨਾਂ ਨੂੰ ਕਿਉਂ ਕਹਿੰਦੇ ਹਨ? ਇਹ ਸੋਚ ਕੇ ਇੱਕ ਦਿਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਜੀ, ਮੇਰੀ ਇਤਨੀ ਵੱਡਾ ਰਾਜ ਹੈ, ਸਾਰਾ ਦੇਸ਼ ਮੇਰੇ ਅਧੀਨ ਹੈ, ਪਰ ਮੈਨੂੰ ਕਦੇ ਕਿਸੇ ਨੇ ਸੱਚੇ ਪਾਤਸ਼ਾਹ ਨਹੀਂ ਕਿਹਾ। ਕਿ ਮੈਂ ਝੂਠਾ ਪਾਤਸ਼ਾਹ ਹੀ ਹਾਂ? ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਹਨ? ਹਜ਼ੂਰ ਨੇ ਕਿਹਾ ਕਿ ਅਸੀਂ ਤਾਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਸਾਨੂੰ ਸੱਚੇ ਪਾਤਸ਼ਾਹ ਕਹੇ। ਸਿੱਖ ਆਪਣੀ ਭਾਵਨਾ ਨਾਲ ਹੀ ਕਹੀ ਜਾਂਦੇ ਹਨ, ਪਰ ਬਾਦਸ਼ਾਹਾਂ ਨੇ ਇਹ ਸਮਝਿਆ ਕਿ ਮੈਨੂੰ ਟਾਲ ਦਿੱਤਾ ਹੈ। ਉਸ ਦਿਨ ਤੋਂ ਜਹਾਂਗੀਰ ਨੇ ਆਪਣੇ ਅਹੰਕਾਰਾਂ ਨੂੰ ਕਹਿ ਦਿੱਤਾ ਕਿ ਜਿਹੜਾ ਸਿੱਖ ਤੁਹਾਨੂੰ ਪੁੱਛੇ ਕਿ ਮੈਂ ਸੱਚੇ ਪਾਤਸ਼ਾਹ ਜੀ ਕੋਲ ਜਾਣਾ ਹੈ, ਉਸ ਨੂੰ ਮੇਰੇ ਕੋਲ ਲੈ ਆਉਣਾ। ਕੁਝ ਸਮੇਂ ਮਗਰੋਂ ਬਾਦਸ਼ਾਹਾਂ ਨੇ ਆਗਰੇ ਪਹੁੰਚਣ ਵਾਸਤੇ ਕੂਚ ਕੀਤਾ ਤਾਂ ਸਤਿਗੁਰੂ ਜੀ ਨੂੰ ਵੀ ਬੇਨਤੀ ਕਰਕੇ ਨਾਲ ਹੀ ਲੈ ਗਿਆ। ਹੌਲੀ ਹੌਲੀ ਰਸਤੇ ਲੰਘਦੇ ਹੋਏ ਆਗਰੇ ਪਹੁੰਚੇ। ਆਗਰੇ ਵਿੱਚ ਰਹਿੰਦਿਆਂ ਹਜ਼ੂਰ ਨੂੰ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਬੇਨਤੀ ਕਰਕੇ ਨਾਲ ਲੈ ਜਾਇਆ ਕਰੇ। ਇੱਕ ਦਿਨ ਬਾਹਰ ਸ਼ਿਕਾਰ ਖੇਡਣ ਗਿਆ ਤਾਂ ਬਹੁਤ ਧੁੱਪ ਚੜ੍ਹ ਗਈ। ਗਰਮੀ ਵਧਣ ਤੋਂ ਆਰਾਮ ਕਰਨ ਵਾਸਤੇ ਜੰਗਲ ਤੋਂ ਬਾਹਰ ਨਿਕਲ ਕੇ ਸੰਘਣੀ ਛਾਂ ਅਤੇ ਸੁੰਦਰ ਥਾਂ ਵੇਖ ਕੇ ਡੇਰਾ ਕੀਤਾ। ਹਜ਼ੂਰ ਦੇ ਡੇਰੇ ਤੋਂ ਕੁਝ ਕੁ ਵਾਸਤੇ ਤੇ ਜਹਾਂਗੀਰ ਨੇ ਡੇਰਾ ਕੀਤਾ। ਇਤਨੇ ਚਿਰ ਨੂੰ ਹੀ ਇੱਕ ਪ੍ਰੇਮੀ ਸਿੰਘ, ਜੋ ਘਾਹ ਖੋਤ ਕੇ ਸ਼ਹਿਰ ਵਿੱਚ ਵੇਚ ਕੇ ਗੁਜ਼ਾਰਾ ਕਰਦਾ ਸੀ, ਹਜ਼ੂਰ ਦੇ ਸ਼ੁਭ ਦਰਸ਼ਨ ਕਰਨ ਵਾਸਤੇ ਘਾਹ ਦੀ ਪੰਡ ਵੇਚ ਕੇ ਇੱਕ ਟੱਕਾ ਵੱਟ ਕੇ ਭੇਟਾ ਚੜਾਉਣ ਵਾਸਤੇ ਲੈ ਕੇ ਆਇਆ ਤੇ ਪੁੱਛਿਆ ਕਿ ਮੈਂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ ਕਰਨੇ ਹਨ। ਉਹ ਕਿਸ ਜਹਾਂਗੀਰ ਬ੍ਰਿਛ ਦੇ ਥੱਲੇ ਟਿਕਿਆ ਹੋਇਆ ਹੈ, ਉਸ ਥਾਂ ਭੇਜ ਦਿੱਤਾ। ਸਿੱਖਾਂ ਨੇ
ਪਹਿਲਾਂ ਕਦੇ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ ਸਨ। ਬਾਦਸ਼ਾਹ ਨੂੰ ਦੇਖ ਕੇ ਸਿੱਖ ਨੇ ਟੱਕਾ ਰੱਖ ਕੇ ਬੇਨਤੀ ਕੀਤੀ, ਵੇਖ ਸਰੂਪ ਦੇਖ ਸੋ ਕਾਹੀ, ਆਦਿਕ ਆਨੰਦ ਧਾਰ ਉਰਮਾਹੀ, ਅੱਗੇ ਟਕਾ ਰੱਖ ਨਿਜ ਕਰ ਲੈ, ਬੰਧਨ ਕਰੀ ਨम्र हुई सिर ते, हाथ जोर पुन अर्ज गुजारी, सच्चो पातशाह गुरु भारी, दर्शन की अभिलाख कनेरी, सुनो श्रोण की बिनती मेरी, दीन दुनी के मालिक अहे, सच्चो पातशाह इम कहे, दास गरीब जान कर मोही, बनो सहाय मित्र जब ओही। उस सिख ने बादशाह दे अगे टक्का इस कारण रखिया क्योंकि उस दे बादशाह दे ਜਿਹੜੇ ਵਜ਼ੀਰ ਸਨ ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਹੋਇਆ ਸੀ ਕਿ ਜੋ ਵੀ ਕਹੇ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ ਉਹ ਬਾਦਸ਼ਾਹ ਕੋਲ ਲੈ ਆਵੇ। ਇਸ ਕਰਕੇ ਉਹ ਵਜ਼ੀਰ ਉਸ ਨੂੰ ਬਾਦਸ਼ਾਹ ਕੋਲ ਲੈ ਆਏ। ਸਿੱਖ ਨੇ ਬੇਨਤੀ ਸੁਣ ਕੇ ਬਾਦਸ਼ਾਹ ਚਕਿਤ ਹੋ ਗਿਆ, ਸੋਚਣ ਲੱਗਾ ਕਿ ਮੈਂ ਪਰਲੋਕ ਵਿੱਚ ਤਾਂ ਸਹਾਇਤਾ ਨਹੀਂ ਕਰ ਸਕਦਾ, ਇਸ ਲੋਕ ਵਿੱਚ ਕਰ ਸਕਦਾ ਹਾਂ। ਇਉਂ ਵਿਚਾਰ ਕੇ ਸਿੱਖ ਨੂੰ ਕਿਹਾ, ਜੇ ਕਹੀਂ ਤਾਂ ਤੈਨੂੰ ਹੀਰੇ ਜਵਾਹਰ ਦੇ ਦੇਵਾਂ ਜਿਸ ਕਰਕੇ ਤੇਰੀ ਗਰੀਬੀ ਚੁੱਕੀ ਜਾਵੇ। ਵੱਡਾ ਅਹੰਕਾਰ ਵਜ਼ੀਰ ਬਣਾ ਸਕਦਾ ਹਾਂ, ਕਿਸੇ ਦੇਸ਼ ਦਾ ਸੂਬਾ ਬਣਾ ਸਕਦਾ ਹਾਂ, ਇਹ ਚਾਹੀਦਾ ਹੈ ਤਾਂ ਲੈ ਲੈ। ਸੁਣ ਕੇ ਸਿੱਖ ਨੇ ਫੇਰ ਕਿਹਾ, ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦਾ ਸਦਕਾ ਹੁਣ ਤੱਕ ਆਹ ਵੇਚ ਕੇ ਹੀ ਗੁਜ਼ਾਰਾ ਚੱਲੀ ਜਾਂਦਾ ਹੈ। ਮਾਇਆ ਦੀ ਤੇ ਵਡਿਆਈ ਦੀ ਇੱਛਾ ਨਹੀਂ ਹੈ, ਪਰ ਲੋਕ ਵਿੱਚ ਸਹਾਇਤਾ ਕਰਿਓ। ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਿ ਮੈਂ ਤਾਂ ਇਸ ਲੋਕ ਦਾ ਬਾਦਸ਼ਾਹ ਹਾਂ ਪਰ ਲੋਕ ਵਿੱਚ ਸਹਾਇਤਾ ਨਹੀਂ ਕਰ ਸਕਦਾ। ਉੱਥੇ ਤਾਂ ਤੈਨੂੰ ਹੀ ਸਹਾਇਤਾ ਦੀ ਲੋੜ ਹੈ। ਲੋਕ ਪਰਲੋਕ ਦੇ ਸਹਾਇਕ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਹਨਾਂ ਦਾ ਡੇਰਾ ਅੱਗੇ ਹੈ। ਇਹ ਸੁਣਦਿਆਂ ਸਾਰ ਹੀ ਬੇਪਰਵਾਹ ਸਤਿਗੁਰੂ ਜੀ ਦਾ ਬੇਪਰਵਾਹ ਸਿੰਘ ਭਾਵੇਂ ਗਰੀਬ ਸੀ ਪਰ ਨਿਡਰਤਾ ਨਾਲ ਝੱਟ ਬਾਦਸ਼ਾਹ ਦੇ ਅੱਗੋਂ ਟੱਕਾ ਚੱਕ ਲਿਆ ਅਤੇ ਅੱਗੇ ਚੱਲ ਪਿਆ। ਇਸ ਸੁਣ ਟੱਕਾ ਉਠਾਏ ਸੁਕਾਹੀ, गम नयो अपर नरंत के पाही, श्री हर गोविंद सच्चे पातशाहो, उतरे कहाँ देखी वो चाहो, मोह बतावो सोही स्थान, बिदत गरीब निवाज महान, सुन लोकन गुरु थान बताओ, जहाँ तर छाए आराम सुपाओ। सिख दे मगर मगर बादशाह दी हौली हौली तुर पिया कि अज देखते हाँ कि सतगुरु जी ਕੀ ਉੱਤਰ ਦਿੰਦੇ ਹਨ। ਸਿੱਖ ਨੇ ਦੂਰੋਂ ਹੀ ਦਰਸ਼ਨ ਕੀਤੇ, ਬੜੇ ਅਦਬ ਸਤਿਕਾਰ ਸ਼ਰਧਾ ਦੇ ਸਹਿਤ ਚਿੱਤ ਵਿੱਚ ਪ੍ਰਸੰਨ ਹੋ ਕੇ ਕਿਹਾ ਕਿ ਸ਼ੁਕਰ ਹੈ ਹਜ਼ੂਰ ਦੇ ਪਵਿੱਤਰ ਦਰਸ਼ਨ ਹੋਏ ਹਨ, ਜਿਨ੍ਹਾਂ ਦਰਸ਼ਨਾਂ ਨੂੰ ਰਿਖੀ ਮੁਨੀ ਪੀਰ ਪੈਗੰਬਰ ਤਰਸ ਰਹੇ ਹਨ। ਉਹ ਪਵਿੱਤਰ ਦਰਸ਼ਨ ਅੱਜ ਮੈਨੂੰ ਗਰੀਬ ਨੂੰ ਵੀ ਪ੍ਰਾਪਤ ਹੋਏ ਹਨ। ਇਉਂ ਪ੍ਰੇਮ ਦੇ ਸਹਿਤ ਹੋ ਕੇ ਨੇੜੇ ਪਹੁੰਚ ਕੇ ਸਤਿਗੁਰੂ ਜੀ ਦੇ ਅੱਗੇ ਟੱਕਾ ਰੱਖ ਕੇ ਮੱਥਾ ਟੇਕਿਆ ਅਤੇ अदब सत्कार सहित हाथ जोड़ के खड़ा हो गया। बेनतियां करन लगा, पहुँचो जाए दर्श को करियो, बंधन किन धरन सिर धार के, टका रख कर अर्ज गुजारी, मैं आहो गुरशरण तुम्हारी, अंतकाल में बनो सहाई, जमदूतन के लाहे बचाई, अंत अभिखत बहु दीन के दर्शन, आज भाग बढ़ते पापरसन, नाम गरीब निवास तुम्हारा, करो निबाहन बिरद उदारा। इउं सिख दियाँ प्रेम ते शरदा निमरता विच भरिया बेनतियां सुन के गरीब निवाज भगत वत्सल दीन दयाल अनाथां दे नाथ पवित्रा नूं पवित्र करन वाले सच्चे पातशाह जी ने किरपा भरे नेत्रां नाल सिख वल तक के प्रसन्न हो के कहा, सुन सतगुर किरपाल बखाना, सिमरो सतनाम कल्याणा, धर्म किरत कर खा आहारा, इन दोहन के सदा सुखारा, नाह जमदूत देख बे पावो, करके कर सतगुर बचावो। सिखा सतगुरु जी तेरा परलोक विच रखिया करनगे। सिखा तू तां निहाल होया, तेरिया कुल्लां दा भी उधार कीता, तू किरतार्थ होया, तेरे काल खाए पाए है, तेरे संतोख नूं भाग लगे हन। सुन बंधन कर गम ने उकाही, आदक आनंद धार ओ माही,
ਇਹ ਸਾਰਾ ਬ੍ਰਿਤਾਂਤ ਕੰਨੀ ਸੁਣ ਕੇ ਜਹਾਂਗੀਰ ਨੂੰ ਸਮਝ ਪੈ ਗਈ ਕਿ ਸਤਿਗੁਰੂ ਜੀ ਠੀਕ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਨ। ਮੈਂ ਝੂਠਾ ਬਾਦਸ਼ਾਹ ਹੀ ਹਾਂ। ਮੈਂ ਤਾਂ ਇਸ ਲੋਕ ਵਿੱਚ ਹੀ ਪੂਰੀ ਸਹਾਇਤਾ ਨਹੀਂ ਕਰ ਸਕਦਾ, ਪਰ ਸੱਚੇ ਪਾਤਸ਼ਾਹ ਜੀ ਲੋਕ ਪਰਲੋਕ ਵਿੱਚ ਸਹਾਇਤਾ ਕਰਦੇ ਹਨ। ਪ੍ਰੇਮੀ ਸਿੱਖ ਦੇ ਜਾਣ ਤੋਂ ਪਿੱਛੋਂ ਜਹਾਂਗੀਰ ਨੇ ਕਿਹਾ ਕਿ ਮੁਕਤੀ ਪਰਲੋਕ ਦੀ ਸਹਾਇਤਾ ਇਤਨੀ ਸਸਤੀ 1 ਟਕੇ ਬਦਲੇ ਦੇ ਦਿੱਤੀ। ਤਾਂ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਕਿ ਬਾਦਸ਼ਾਹ ਸਸਤੀ ਨਹੀਂ, ਦੇਖ ਸਿੱਖ ਨੇ ਕਿੰਨਾ ਸੰਤੋਖ ਰੱਖਿਆ ਹੈ। ਤੂੰ ਸਭ ਕੁਝ ਧਨ ਦੌਲਤ ਵਜ਼ੀਰੀ ਦੇ ਰਿਹਾ, ਪਰ ਸਿੱਖ ਨੇ ਕੋਈ ਵੀ ਨਹੀਂ ਲਈ। ਸਿੱਖ ਨੇ ਤਿਆਗ ਕੇ ਸੰਤੋਖ ਨੂੰ ਭਾਗ ਲੱਗੇ ਹਨ। ਟੱਕੇ ਬਦਲੇ ਮੁਕਤੀ ਨਹੀਂ ਮਿਲੀ। ਸੁਣ ਕੇ ਬਾਦਸ਼ਾਹ ਹੋਰ ਵੀ ਹੈਰਾਨ ਹੋਇਆ ਕਿ ਮੇਰੇ ਕੋਲ ਸਿੱਖ 2 ਜਾਣ ਦਾ ਤੇ ਹੋਰ ਵਿਰਤਾਲਾਪ ਦਾ ਸਤਿਗੁਰੂ ਜੀ ਨੂੰ ਕਿਵੇਂ ਪਤਾ ਲੱਗਾ। ਹਜ਼ੂਰ ਨੂੰ ਅੰਤਰਜਾਮੀ ਜਾਣਿਆ ਅਤੇ ਇਹ ਨਿਸ਼ਚਾ ਕੀਤਾ ਕਿ ਠੀਕ ਹੀ ਇਹ ਸੱਚੇ ਪਾਤਸ਼ਾਹ ਅਤੇ ਦੀਨ ਦੁਨ ਦੇ ਸਹਾਇਕ ਹਨ। ਇਉਂ ਸ਼ਰਧਾ ਧਾਰ ਕੇ ਨਮਸਕਾਰ ਕੀਤੀ ਅਤੇ ਆਪਣੇ ਡੇਰੇ ਵਾਪਸ ਆਇਆ। ਫਿਰ